राग के शंत महला पंजवा। एक ओंकार सतगुर प्रसाद। दखणा ਦੱਖਣਾ ਸਾਧ ਸੰਗਤ ਜੀ ਦੱਖਣ ਇਲਾਕੇ ਦੇ ਦੇਸ਼ ਦੀ ਬੋਲੀ ਉਹ ਬੋਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਵਰਤ ਰਹੇ ਨੇ, ਇਸ ਲਈ ਇਹ ਦੱਖਣਾ ਸਿਰਲੇਖ ਲਿਖਿਆ ਹੋਇਆ ਹੈ ਜੀ। दखणा ਹੱਠ ਮਝਾਹੂ ਮਾਪਿਰੀ। ਮਾਪਿਰੀ ਮੰਮੇ ਤੇ ਬਿੰਦੀ ਨਹੀਂ ਲਾਉਣੀ, ਮਾਂ ਨਹੀਂ ਬੋਲਣਾ। ਹੱਠ ਮਝਾਹੂ ਮਾਪਿਰੀ, ਮਾਂ ਦਾ ਅਰਥ ਹੈ ਮੇਰਾ, ਪਿਰੀ ਤੋਂ ਭਾਵ ਪਿਆਰਾ, ਮਾਪਿਰੀ। ਹਾਠ ਮਝਾਹੂ ਮਾਪਿਰੀ ਪਸੇ ਕਿਉ ਦੀਦਾਰ। ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ। ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੈ ਜੀਉ। ਹਾਂਜੀ ਦੋਵੇਂ ਹੀ ਵਿਸਰਾਮ ਲੱਗਦੇ ਹਨ। ਦੋਵੇਂ ਪਾਸੇ ਇਹ ਜੋ ਰੀਤ ਸ਼ਬਦ ਹੈ ਇਹ ਦਿਲ ਹੀ ਦੀਪਕ ਦਾ ਕੰਮ ਕਰਦਾ ਹੈ। ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ। ਤੇ ਜਿਵੇਂ ਭਾਈ ਸਾਹਿਬ ਨੇ ਪੜ੍ਹਿਆ ਇੱਦਾਂ ਵੀ ਪਾਠ ਹੈ, ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ। ਯਾਨੀ ਰੀਤ ਪਦ ਦੋਵੇਂ ਪਾਸੇ ਜੁੜਦਾ ਹੈ, ਦੋਵੇਂ ਤਰ੍ਹਾਂ ਅਰਥ ਦਿੰਦਾ ਹੈ। ਵਿਸਰਾਮ ਵੀ ਦੋ ਲੱਗਦੇ ਨੇ। ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ। ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ। ਅਗਲੀ ਪੰਕਤੀ ਬਿਨਾ ਦੁਤੀਆ ਭਾਵ ਵਿਪਰੀਤ ਅਨੀਤ। ਹਾਂਜੀ ਦੁਤੀਆ ਭਾਵ ਵਿਪਰੀਤ ਅਨੀਤ ਦਾਸਾਂ ਨੇ ਭਾਵੇ ਜੀਉ। ਦੁਤੀਆ ਭਾਵ ਵਿਪਰੀਤ ਅਨੀਤ ਦਾਸਾਂ ਨੇ ਭਾਵੇ ਜੀਉ। ਇੱਥੇ ਵੀ ਦੋ ਤਰ੍ਹਾਂ ਹੀ ਉਚਾਰਨ ਹੋ ਕੇ ਦੋ ਤਰ੍ਹਾਂ ਦੇ ਅਰਥ ਲੱਗਦੇ ਹਨ। ਸਾਧ ਸੰਗਤ ਜੀ ਗਿਆਨੀ ਜੀ ਨੇ ਲਫ਼ਜ਼ ਬੋਲਿਆ ਸੀ ਦੇਹਲੀ ਦੀਪਕ। ਗੁਰਬਾਣੀ ਵਿੱਚ ਬਹੁਤ ਅੱਖਰ ਐਸੇ ਆਉਂਦੇ ਨੇ ਜੋ ਦੇਹਲੀ ਦੀਪਕ ਵਜੋਂ ਵਰਤੇ ਜਾਂਦੇ ਨੇ। ਦੇਹਲੀ ਦੀਪਕ ਤੋਂ ਭਾਵ ਕੀ ਹੈ? ਜਿਵੇਂ ਸਾਡਾ ਕਮਰਾ ਹੁੰਦਾ ਹੈ, ਕੋਈ ਕਮਰੇ ਦਾ ਦਰਵਾਜ਼ਾ ਹੋਵੇ, ਦਰਵਾਜ਼ੇ ਦੀ ਦਹਿਲੀਜ਼ ਹੁੰਦੀ ਹੈ। ਦਰਵਾਜ਼ੇ ਦੀ ਦਹਿਲੀਜ਼ 'ਤੇ ਜਿਹੜਾ ਦੀਵਾ ਬਾਲਿਆ ਜਾਵੇ ਉਹ ਕਮਰੇ ਦੇ ਅੰਦਰ ਵੀ ਚਾਨਣ ਦਿੰਦਾ ਹੈ ਤੇ ਬਾਹਰ ਵੀ ਚਾਨਣ ਦਿੰਦਾ ਹੈ। ਇਉਂ ਦੋਵੇਂ ਪਾਸੇ ਚਾਨਣ ਦਿੰਦਾ ਹੈ। ਉਹ ਦੇਹਲੀ ਤੇ ਭਾਵ ਦਹਿਲੀਜ਼ ਤੇ ਬਾਲੇ ਜਾਣ ਵਾਲੇ ਦੀਵੇ ਨੂੰ ਕਿਹਾ ਜਾਂਦਾ ਹੈ ਦੇਹਲੀ ਦੀਪਕ। ਜਿਹੜਾ ਅੱਧ ਵਿੱਚ ਆਉਂਦਾ ਹੋਇਆ ਅੱਖਰ ਪੰਕਤੀ ਦੇ ਦੋਵੇਂ ਪਾਸੇ ਲੱਗੇ, ਪੰਕਤੀ ਦੇ ਪਹਿਲੇ ਅੱਧ ਨਾਲ ਵੀ ਅਰਥ ਦੇਵੇ ਤੇ ਦੂਸਰੇ ਅੱਧ ਨਾਲ ਵੀ ਅਰਥ ਦੇਵੇ, ਉਸ ਨੂੰ ਦੇਹਲੀ ਦੀਪਕ ਪਦ ਕਿਹਾ ਜਾਂਦਾ ਹੈ। ਸੋ ਇੱਥੇ ਕਨਫਿਊਜ਼ ਨਹੀਂ ਹੋਣਾ, ਕੋਈ ਸ਼ੰਕਾ ਨਹੀਂ ਮਨ ਵਿੱਚ ਰੱਖਣਾ। ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ। ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਹਿ ਭਾਵੇ ਜੀਉ। ਇਹ ਵੀ ਵਿਸ਼ਰਾਮ ਸਹੀ ਹੈ। ਤੇ ਦੂਸਰਾ ਵੀ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ। ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਹਿ ਭਾਵੇ ਜੀਉ। ਇਹ ਵੀ ਵਿਸਰਾਮ ਸਹੀ ਹੈ। ਆਪਾਂ ਪਹਿਲਾ ਵਿਸਰਾਮ ਰੱਖ ਕੇ ਚੱਲਾਂਗੇ, ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ। ਹਾਂਜੀ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੈ ਜੀਉ। ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨਹਿ ਭਾਵੈ ਜੀਉ। ਦਾਸਾ ਨਹਿ ਭਾਵੈ ਬਿਨ ਦਰਸਾਵੈ ਇਕ ਖਿਨ ਧੀਰਜ ਕਿਉ ਕਰੈ। ਨਾਮ ਬਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ। ਨਾਮ ਬਿਹੂਨਾ ਨਹੀਂ ਕਰਨਾ, ਪੋਲੇ ਪਾਠ ਬਿਹੂਨਾ, ਬਿਹੂਨਾ ਪੋਲੇ ਪਾਠ ਕਰਨਾ। ਹਾਂਜੀ ਜੇ ਬਿਹੂਨਾ ਕਹੀਏ ਤਾਂ ਹਾਹੇ ਉੱਪਰ ਟਿੱਪੀ ਲੱਗਦੀ ਹੈ, ਭਾਰ ਆਉਂਦਾ ਹੈ। ਨਾਮ ਬਿਹੂਨਾ ਜਿਵੇਂ ਸੰਤ ਜੀ ਨੇ ਦੱਸਿਆ ਜੀ। ਬਿਹੂਨਾ, ਹਾਂਜੀ ਬਿਹੂਨਾ, ਨਾਮ ਬਿਹੂਨਾ। ਨਾਣਾ ਵੀ ਨਾ ਬਣੇ, ਨੰਨੇ ਦਾ ਉਚਾਰਨ ਵੀ ਸਹੀ ਰਹੇ, ਪਰ ਅੱਖਰ ਤੇ ਹਾਹੇ ਉੱਪਰ ਭਾਰ ਵੀ ਨਾ ਪਵੇ। ਨਾਮ ਬਿਹੂਨਾ। ਨਾਮ ਬਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ। ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ। ਨਾਨਕ ਕੇ ਸੁਆਮੀ ਧਾਰ ਅਨੁਗ੍ਰਹ ਮਨ ਤਨ ਅੰਕ ਸਮਾਵੈ। ਦੱਖਣਾ ਸੋਹੰਦੜੋ ਹਬ ਠਾਏ। ਸੋਹੰਦੜੋ ਇਕੱਠਾ ਜੀ, ਸੋਹੰਦੜੋ ਹਬ ਠਾਏ। ਸੋਹੰਦੜੋ ਹਬ ਠਾਏ ਕੋਏ ਨਾ ਦਿਸੈ ਡੂਜੜੋ। ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ।
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ। ਇਹਨਾਂ ਪੰਕਤੀਆਂ ਦੇ ਵਿਸ਼ਰਾਮਾਂ ਵੱਲੇ ਵਿਸ਼ੇਸ਼ ਤੌਰ ਤੇ ਸੰਗਤਾਂ ਖਿਆਲ ਦੇਣ। ਗੁਰਮੁਖ ਪਿਆਰੇ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਨੇ। ਜਮਕ ਵਿਸਰਾਮ ਦੋਵੇਂ ਚੱਲ ਰਹੇ ਨੇ। ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਜੀ। ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ। ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨਹੁ ਬਿਸਾਰੀਐ ਜੀਉ। ਕਿਉ ਮਨਹੁ ਬਿਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਣ ਹਮਾਰੇ। ਮਨ ਬਾਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ। ਅਨਾਥ ਕੇ ਨਾਥੇ ਸਰਬ ਕੈ ਸਾਥੇ। ਅਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂਆ ਜਨਮ ਨਾ ਹਾਰੀਐ। ਨਾਨਕ ਕੀ ਬੇਨੰਤੀ ਪ੍ਰਭ ਪਹਿ ਕਿਰਪਾ ਕਰ ਭਵਜਲ ਤਾਰੀਐ। ਡਖਣਾ ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ। ਸਾਈਂ ਥੀਏ, ਹਾਂਜੀ ਠੀਕ ਹੈ ਜੀ। ਸਾਈ ਨਹੀਂ ਬੋਲਣਾ, ਸਾਈਂ ਬੋਲਣਾ ਪ੍ਰਮਾਤਮਾ ਦਾ ਵਾਚਕ ਹੈ। ਸਾਈਂ ਮਾਲਕ ਅਕਾਲ ਪੁਰਖ ਵਾਹਿਗੁਰੂ। ਸਾਈਂ ਥੀਏ ਕਿਰਪਾਲ। ਧੂੜੀ ਮੱਜਨ ਸਾਧ ਖੇ ਸਾਈਂ ਥੀਏ ਕਿਰਪਾਲ। ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ। ਸ਼ੰਤ ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾ ਲਗ ਜੀਵਤੇ ਜੀਓ। ਇਹਨਾਂ ਛੰਤਾਂ ਵਿੱਚ ਖਿਆਲ ਰੱਖਣਾ, ਜਿਵੇਂ ਪਿਛਲੇ 'ਚ ਵੀ ਆਪਾਂ ਵਿਸਰਾਮ ਲਾਏ ਨੇ। ਤੇਰੇ ਬਚਨ ਅਨੂਪ ਅਪਾਰ ਰਾਰਾ ਆਇਆ, ਤਾਂ ਅਗਲੀ ਸੰਤਨ ਆਧਾਰ ਉੱਥੇ ਵੀ ਰਾਰਾ ਆਇਆ। ਅਗਲੀ ਪੰਕਤੀ 'ਚ ਸਿਮਰਤ ਸਾਸ ਗਿਰਾਸ ਸੱਸਾ ਆਇਆ, ਤੇ ਦੂਜਾ ਵਿਸਰਾਮ ਪੂਰਨ ਵਿਸ਼ਵਾਸ ਇਹ ਵੀ ਸੱਸਾ ਆਇਆ। ਇਸ ਜਿਹੜਾ ਛੰਦ ਚੱਲਿਆ ਇਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਖਿਆਲ ਰੱਖਣਾ। ਸੁੰਦਰ ਸੁਆਮੀ ਧਾਮ ਮਮਾ ਅੱਖਰ, ਭਗਤ ਹੈ ਬਿਸਰਾਮ ਇਹ ਵੀ ਮਮਾ ਅੱਖਰ। ਇੱਦਾਂ ਹੀ ਅਗਲੇ ਪੰਕਤੀ ਨੰਨਾ ਆਏਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨੋਟ ਕਰਨ ਵਾਲੀਆਂ ਹਨ। ਛੰਤਾਂ ਦੇ ਵਿਸਰਾਮ ਲਗਭਗ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਸਾ ਰਾਗ ਵਿੱਚ ਵੀ ਇੱਦਾਂ ਹੀ ਆਉਂਦੇ ਨੇ। ਇਹ ਚਾਲ ਦੇ ਨਾਲ ਪੜ੍ਹਨੇ ਆ, ਜਿਵੇਂ ਗਿਆਨੀ ਜੀ ਪਾਠ ਕਰ ਰਹੇ ਨੇ ਇੱਦਾਂ ਹੀ ਇਹ ਚਾਲ ਬਣਾਉਣੀ ਹੈ। ਅਭਿਆਸ ਨਾਲ ਇਹ ਸਾਰੇ ਪੱਕੇ ਹੋ ਜਾਂਦੇ ਹਨ। ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾ ਲਗ ਜੀਵਤੇ ਜੀਉ। ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਉ। ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ ਵਿਖੈ ਬਨ ਫੀਕਾ ਜਾਣਿਆ। ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ। ਸਾਧ ਸੰਗਤ ਸਾਧ ਸੰਗਤ ਨਿਧ ਮਾਨਿਆ। ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ। ਸਰਬਸੋ ਸੂਖ ਆਨੰਦ ਘਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ। ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ। ਜਪ ਜਪ ਨਾਨਕ ਜੀਵਤੇ ਦਖਣਾ ਜੋ ਤਉ ਕੀਨੇ ਆਪਣੇ ਤਿਨਾ ਕੂ ਮਿਲਿਓ। ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ। ਸ਼ੰਤ ਪ੍ਰੇਮ ਠਗੌਰੀ ਪਾਏ ਰੀਝਾਏ ਗੋਬਿੰਦ ਮਨ ਮੋਹਿਆ ਜੀਉ। ਵਿਸਰਾਮ ਰਿਝਾਏ ਤੇ ਹੀ ਦਈਏ। ਪ੍ਰੇਮ ਠਗੌਰੀ ਪਾਏ ਰਿਝਾਏ, ਰਿਝਾਏ ਤੇ ਵਿਸਰਾਮ ਆਵੇਗਾ। ਪ੍ਰੇਮ ਠਗੌਰੀ ਪਾਏ ਰੀਝਾਏ ਗੋਬਿੰਦ ਮਨ ਮੋਹਿਆ ਜੀਉ। ਇੱਦਾਂ ਹੀ ਅੱਗੇ ਸੰਤਨ ਕੈ ਪ੍ਰਸਾਦ ਆਗਾਤ। ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ। ਪ੍ਰੇਮ ਠਗੌਰੀ ਪਾਏ ਰੀਝਾਏ ਗੋਬਿੰਦ ਮਨ ਮੋਹਿਆ ਜੀਉ। ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਉ। ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ। ਭਗਤ ਲਖਿਆਣ ਕਰ ਵਸ ਭਏ। ਲਖਿਆਣ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਵੇਂ ਹੀ ਉਚਾਰਨ ਕਰਨਾ ਹੈ। ਜੋ ਥੋੜੀ ਜਿਹੀ ਲਕੀਰ ਸਾਨੂੰ ਦਿਸ ਰਹੀ ਹੈ ਖੱਖੇ ਦੇ ਹੇਠਾਂ, ਸੋ ਇਹ ਅੱਧੇ ਜਈਏ ਦੇ ਬੋਲਣ ਦਾ ਭਾਵ ਹੈ ਲਖਿਆਣ। ਭਗਤ ਲਖਿਆਣ ਕਰ ਵਸ ਭਏ। ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ।
ਭਗਤ ਲਖਿਆਣ ਕਰ ਵਸ ਭਏ। ਇਹ ਜਿਹੜੀ ਥੱਲੇ ਸਾਨੂੰ ਲੀਕ ਦਿਸ ਰਹੀ ਹੈ, ਇਹ ਅੱਧੇ ਜਈਏ ਦੀ ਆਵਾਜ਼ ਦੇ ਰਹੀ ਹੈ, ਅੱਧੇ ਜਈਏ ਦੀ। ਸੋ ਇਹ ਖਿਆਲ ਰੱਖਣਾ, ਇਸ ਲਈ ਲਖਿਆਣ ਪਾਠ ਹੈ। ਭਗਤ ਲਖਿਆਣ ਕਰ ਵਸ ਭਏ। ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ। ਭਗਤ ਲਖਿਆਣ ਕਰ ਵਸ ਭਏ। ਮਨ ਸਰਬ ਸੁਖ ਬੁੱਠੇ ਗੋਵਿੰਦ ਤੁਠੇ। ਜਨਮ ਮਰਣਾ ਸਭ ਮਿਟ ਗਏ। ਸਖੀ ਮੰਗਲੋ ਗਾਇਆ ਇਛ ਪੁਜਾਇਆ। ਜਨਮ ਮਰਣਾ, ਹਾਂਜੀ ਜਨਮ ਮਰਣਾ, ਹਾਂਜੀ ਠੀਕ ਹੈ ਜੀ। ਜਨਮ ਮਰਣਾ ਸਭ ਮਿਟ ਗਏ। ਮਨ ਮਰਨਾ ਤੋਂ ਮਰਨ ਬੋਲਿਆ ਨਾ, ਹਾਂਜੀ ਮਰਣਾ ਕੰਨੇ ਨਾਲ। ਦੁਬਾਰਾ ਜਨਮ ਮਰਣਾ ਸਭ ਮਿਟ ਗਏ ਨਾਣੇ ਨਾਲ। ਹਾਂਜੀ ਕੰਨਾ ਲੱਗ ਮਨ ਸਰਬ ਸੁਖ ਬੁੱਠੇ ਗੋਵਿੰਦ ਤੁਠੇ। ਮਨ ਸਰਬ ਸੁਖ ਬੁੱਠੇ ਗੋਵਿੰਦ ਤੁਠੇ। ਜਨਮ ਮਰਣਾ ਸਭ ਮਿਟ ਗਏ। ਸਖੀ ਮੰਗਲੋ ਗਾਇਆ ਇਛ ਪੁਜਾਇਆ। ਬਹੁੜ ਨਾ ਮਾਇਆ ਹੋਹਿਆ। ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ। ਸੰਸਾਰ ਸਾਗਰ ਨਹੀਂ ਪੋਹਿਆ। ਇਹ ਇੱਛ ਦੇ ਨਾਲ ਜੋ ਪੁਜਾਇਆ ਸ਼ਬਦ ਆਇਆ ਹੈ, ਪੂਜਣ ਦਾ ਵਾਚਕ ਨਹੀਂ ਹੈ, ਇੱਛ ਪੂਰੀ ਹੋਣ ਦਾ ਵਾਚਕ ਹੈ। ਇਸ ਕਰਕੇ ਥੋੜਾ ਕੱਸ ਕੇ ਇੱਛ ਪੁਜਾਇਆ ਪਾਠ ਹੋਵੇਗਾ। ਸਖੀ ਮੰਗਲੋ ਗਾਇਆ ਇਛ ਪੁਜਾਇਆ। ਬਹੁੜ ਨਾ ਮਾਇਆ ਹੋਹਿਆ। ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ। ਸੰਸਾਰ ਸਾਗਰ ਨਹੀਂ ਪੋਹਿਆ। ਡਖਣਾ ਸਾਈਂ ਨਾਮ ਅਮੋਲ। ਕੀਮ ਨਾ ਕੋਈ ਜਾਣ ਦੋ। ਇੱਥੇ ਵੀ ਸਾਈਂ ਮਾਲਕ ਤੋਂ ਭਾਵ ਪਰਮਾਤਮਾ ਤੋਂ ਭਾਵ ਹੈ। ਇਸ ਵਾਸਤੇ ਸਾਈ ਨਹੀਂ ਕਹਿਣਾ, ਸਾਈਂ ਨਾਮ ਅਮੋਲ। ਸਾਈਂ ਨਾਮ ਅਮੋਲ। ਕੀਮ ਨਾ ਕੋਈ ਜਾਣ ਦੋ। ਜਿਨਾ ਭਾਗ ਮਥਾਹਿ ਸੇ ਨਾਨਕ ਹਰ ਰੰਗ ਮਾਣ ਦੋ। ਸ਼ੰਤ ਕਹਤੇ ਪਵਿੱਤਰ ਸੁਣਤੇ ਸਭ ਧਨ। ਲਿਖਤੀ ਕੁਲ ਤਾਰਿਆ ਜੀਓ। ਲਿਖਤੀ ਜਿਵੇਂ ਗਿਆਨੀ ਜੀ ਨੇ ਪੜ੍ਹਿਆ ਹੈ, ਬਿੰਦੀ ਲੱਗੀ ਵੀ ਹੈ ਸਰੂਪਾਂ ਵਿੱਚ, ਤੇ ਇਦਾਂ ਹੀ ਲਿਖਤੀ ਨਹੀਂ ਬੋਲਣਾ, ਬਿੰਦੀ ਦੇ ਸਹਿਤ ਹੀ ਲਿਖਤੀ ਕੁਲ ਤਾਰਿਆ ਜੀਓ, ਇਦਾਂ ਹੀ ਉਚਾਰਨ ਕਰਨਾ ਹੈ। ਹਾਂਜੀ ਵਿਸ਼ਰਾਮ ਧਨ ਤੇ ਆਵੇਗਾ। ਹਾਂ, ਕਹਤੇ ਪਵਿੱਤਰ ਸੁਣਤੇ ਸਭ ਧਨ। ਲਿਖਤੀ ਕੁਲ ਤਾਰਿਆ ਜੀਓ। ਕਹਤੇ ਪਵਿੱਤਰ ਸੁਣਤੇ ਸਭ ਧਨ। ਲਿਖਣ ਵਾਲੇ। ਹਾਂਜੀ ਲਿਖਤੀ ਲਿਖਣ ਵਾਲਿਆਂ ਨੇ। ਹਾਂਜੀ ਹਾਂਜੀ ਠੀਕ ਆ ਜੀ, ਪੜੋ। ਕਹਤੇ ਪਵਿੱਤਰ ਸੁਣਤੇ ਸਭ ਧਨ। ਲਿਖਤੀ ਕੁਲ ਤਾਰਿਆ ਜੀਓ। ਜਿਨ ਕਉ ਸਾਧੂ ਸੰਗ ਨਾਮ ਹਰ ਰੰਗ। ਤਿਨੀ ਬ੍ਰਹਮ ਵਿਚਾਰਿਆ ਜੀਓ। ਬ੍ਰਹਮ ਵਿਚਾਰਿਆ ਜਨਮ ਸਵਾਰਿਆ। ਪੂਰਨ ਕਿਰਪਾ ਪ੍ਰਭ ਕਰੀ। ਕਰ ਗਹਿ ਲੀਨੇ ਹਰ ਜਸੋ ਦੀਨੇ। ਜੋਨ ਨਾ ਧਾਵੈ ਨਹਿ ਮਰੀ। ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ। ਭੇਟਤ ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ। ਕਾਮ ਕ੍ਰੋਧ ਲੋਭ ਮਾਰਿਆ। ਸਤਿਗੁਰ ਦਇਆਲ ਕਿਰਪਾਲ ਭੇਟਤ। ਦਿਆਲੂ ਕਿਰਪਾਲੂ ਸਤਿਗੁਰਾਂ ਦਾ ਮਿਲਾਪ ਹੋਣ ਤੋਂ ਸਤਿਗੁਰਾਂ ਨੇ ਕਿਰਪਾ ਕੀ ਕੀਤੀ? ਹਰੇ ਕਾਮ ਕ੍ਰੋਧ। ਕਾਮ ਕ੍ਰੋਧ ਨਾਸ ਕਰ ਦਿੱਤੇ। ਲੋਭ ਮਾਰਿਆ, ਲੋਭ ਨੂੰ ਖਤਮ ਕਰ ਦਿੱਤਾ। ਕਈ ਵੀਰ ਹਰੇ ਤੇ ਵਿਸ਼ਰਾਮ ਵੀ ਲਾਉਂਦੇ ਨੇ। ਉੱਥੇ ਫਿਰ ਹਰੇ ਦਾ ਅਰਥ ਹਰੀ ਪਰਮਾਤਮਾ ਦੇ ਰੂਪ ਵਿੱਚ ਆਵੇਗਾ। ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ, ਪਰ ਸ਼ੁੱਧ ਵਿਸ਼ਰਾਮ ਭੇਟਤ ਤੇ ਹੀ ਹੈ। ਹਰੇ ਕਾਮ ਕ੍ਰੋਧ ਲੋਭ ਮਾਰਿਆ। ਹਾਂਜੀ ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ। ਕਾਮ ਕ੍ਰੋਧ ਲੋਭ ਮਾਰਿਆ। ਕਥਨ ਨਾ ਜਾਏ ਅਕਥ ਸੁਆਮੀ। ਸਦਕੈ ਜਾਏ ਨਾਨਕ ਵਾਰਿਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਸਲੋਕਾ ਨਾਲ। ਸੰਗਤਾਂ ਜਾਣਦੀਆਂ ਹਨ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਰੂਪ ਬਾਣੀ ਵਿੱਚ 22 ਵਾਰਾਂ ਉਚਾਰਨ ਕੀਤੀਆਂ ਨੇ। ਵਾਰ ਆਮ ਤੌਰ ਤੇ ਜੰਗਾਂ ਯੁੱਧਾਂ ਵਿੱਚ ਜੂਝਣ ਵਾਲੇ ਸੂਰਮਿਆਂ ਦੀ ਬਹਾਦਰੀ ਵਿੱਚ ਗਾਈ ਜਾਂਦੀ ਹੈ। ਗੁਰੂ ਕੇ ਸਿੱਖ ਦਾ ਕਰਮ ਹੈ ਸਤਿਗੁਰੂ ਜੀ ਕੇ ਗਿਆਨ ਦਾ ਆਸਰਾ ਲੈ ਕੇ ਆਪਣੇ ਹਿਰਦੇ ਵਿੱਚ ਵਿਕਾਰਾਂ ਦੇ ਨਾਲ ਜੰਗ ਲੜਨਾ। ਸ਼ੁਭ ਗੁਣ ਜਿੰਨੇ ਮਨੁੱਖ ਦੇ ਹਿਰਦੇ ਵਿੱਚ ਸੁਭਾਏਮਾਨ ਨੇ,
ਇਸ ਨੂੰ ਦੈਵੀ ਸੰਪਦਾ ਕਿਹਾ ਜਾਂਦਾ ਹੈ। ਜਿੰਨੇ ਔਗਣ ਨੇ ਇਹਨਾਂ ਨੂੰ ਆਸੁਰੀ ਸੰਪਦਾ ਕਿਹਾ ਜਾਂਦਾ ਹੈ। ਦੈਵੀ ਤੇ ਆਸੁਰੀ ਸੰਪਦਾ ਦਾ ਜੰਗ ਹੈ। ਦੈਵੀ ਸੰਪਦਾ ਨੂੰ ਭਾਰੂ ਕਰਨਾ ਹੈ, ਆਸੁਰੀ ਸੰਪਦਾ ਨੂੰ ਖਤਮ ਕਰਨਾ ਹੈ। ਭਾਵ ਸ਼ੁਭ ਗੁਣ ਉਹ ਹਿਰਦੇ ਵਿੱਚ ਧਾਰਨ ਕਰਨੇ ਨੇ, ਔਗਣਾਂ ਦਾ ਤਿਆਗ ਕਰਨਾ ਹੈ। ਇਉਂ ਆਪਣੀ ਜੀਵਨ ਦੀ ਬਾਜੀ ਨੂੰ ਗੁਰਮੁਖ ਨੇ ਜਿੱਤਣਾ ਹੈ। ਇਹ ਗੁਰਮੁਖ ਦੀ ਹਰ ਵਕਤ ਦੀ ਜੰਗ ਹੈ, ਜਿਸ ਬਾਰੇ ਬਚਨ ਨੇ ਖਾਲਸਾ ਸੋਏ ਜੋ ਚੜ੍ਹੈ ਤੁਰੰਗ, ਖਾਲਸਾ ਸੋਏ ਕਰੈ ਨਿਤ ਜੰਗ। ਧਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਜਿੱਥੇ ਬਾਹਰੀ ਤੌਰ ਤੇ ਜ਼ੁਲਮ ਦੇ ਖਾਤਮੇ ਤੇ ਧਰਮ ਦੀ ਰੱਖਿਆ ਲਈ ਖਾਲਸਾ ਜੂਝਦਾ ਹੈ, ਜੰਗ ਜੁੱਧ ਕਰਦਾ ਹੈ, ਇਵੇਂ ਅੰਤਰੀਵ ਤੌਰ ਤੇ ਵੀ ਨੇਤਾ ਪ੍ਰਤੀ ਆਪਣੇ ਹਿਰਦੇ ਅੰਦਰ ਇਹ ਜੰਗ ਕਰਨੀ ਹੈ। ਇਹ ਮਹਾਰਾਜ ਜੀ ਨੇ ਅਧਿਆਤਮਿਕ ਉਪਦੇਸ਼ ਸਾਨੂੰ ਦਿੱਤਾ ਹੈ, ਤਾਂ ਇਹ ਵਾਰਾਂ ਉਚਾਰਨ ਕੀਤੀਆਂ ਨੇ। ਵਾਰਾਂ ਦਾ ਸ਼ੁੱਧ ਸਰੂਪ ਪੌੜੀਆਂ ਦੀ ਚਾਲ ਵਿੱਚ ਹੋਇਆ ਕਰਦਾ ਹੈ, ਤੇ ਨਾਲ ਸੁੰਦਰਤਾ ਵਧਾਉਣ ਲਈ ਕਵੀ ਜਨ ਸ਼ਲੋਕ ਜਾਂ ਹੋਰ ਸ਼ੰਤ ਵੀ ਉਚਾਰਨ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 ਵਾਰਾਂ ਵਿੱਚੋਂ ਇੱਕ ਰਾਮਕਲੀ ਰਾਗ ਦੀ ਵਾਰ ਰਾਏ ਸੱਤੇ ਬਲਵੰਡ ਜੀ ਦੀ ਉਚਾਰਨ ਕੀਤੀ, ਔਰ ਦੂਸਰੀ ਬਸੰਤ ਰਾਗ ਵਿੱਚ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ। ਇਹ ਪੌੜੀਆਂ ਦੇ ਰੂਪ ਵਿੱਚ ਹੀ ਹਨ। ਬਾਕੀ ਸਾਰੀਆਂ ਜੋ 20 ਵਾਰਾਂ ਹਨ, ਇਹਨਾਂ ਨਾਲ ਸਤਿਗੁਰੂ ਜੀ ਨੇ ਸ਼ਲੋਕ ਵੀ ਉਚਾਰਨ ਕੀਤੇ ਨੇ। ਤਾਂ ਹੀ ਉਚੇਚੇ ਤੌਰ ਤੇ ਸਿਰਲੇਖ ਦਿੱਤਾ ਹੈ ਸ਼ਲੋਕਾਂ ਨਾਲ, ਵਾਰ ਸ਼ਲੋਕਾਂ ਦੇ ਸਮੇਤ ਹੈ। ਇੱਥੇ ਇੱਕ ਹੋਰ ਨਿਯਮ ਚੇਤੇ ਰੱਖਣਾ, ਵਾਰ ਦੇ ਆਰੰਭ ਵਿੱਚ ਜਿਸ ਮਹੱਲੇ ਦਾ ਸਿਰਲੇਖ ਆਵੇ, ਉਥੋਂ ਇਹ ਭਾਵ ਸਮਝਣਾ ਕਿ ਸਤਿਗੁਰਾਂ ਨੇ ਇਸ ਸਰੂਪ ਵਿੱਚ ਇਹ ਵਾਰ ਦੀਆਂ ਪੌੜੀਆਂ ਉਚਾਰਨ ਕੀਤੀਆਂ ਨੇ। ਜਿਵੇਂ ਇੱਥੇ ਸਿਰਲੇਖ ਆਇਆ ਹੈ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਇਹਦੇ ਤੋਂ ਭਾਵ ਹੈ ਕਿ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ। ਸ਼ਲੋਕ ਗੁਰੂ ਕੇ ਸਾਰੇ ਸਰੂਪਾਂ ਦੇ ਸਾਂਝੇ ਹੀ ਆ ਸਕਦੇ ਨੇ, 5 ਹੀ ਸਰੂਪਾਂ ਦੇ ਸ਼ਲੋਕ ਸਾਂਝੇ ਆ ਸਕਦੇ ਨੇ, ਪੌੜੀਆਂ ਚੌਥੇ ਪਾਤਸ਼ਾਹ ਜੀ ਦੀਆਂ ਨੇ। ਇਵੇਂ ਹਰੇਕ ਵਾਰ ਵਿੱਚ ਇਹ ਨਿਯਮ ਲਾਗੂ ਸਮਝਣਾ ਆਪ ਜੀ ਦੇ ਗਿਆਤ ਵਾਸਤੇ ਇਹ ਬੇਨਤੀ ਕੀਤੀ ਹੈ ਜੀ। ਹਾਂਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਸ਼ਲੋਕਾ ਨਾਲ। ਸ਼ਲੋਕ ਮਹੱਲਾ ਤੀਜਾ। ਰਾਗਾ ਵਿੱਚ ਸ੍ਰੀ ਰਾਗ ਹੈ। ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ, ਨਿਹਚਲ ਮਤ ਅਪਾਰ। ਰਤਨ ਅਮੋਲਕ ਪਾਇਆ, ਗੁਰ ਕਾ ਸ਼ਬਦ ਵਿਚਾਰ। ਜਿਹਵਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ। ਨਾਨਕ ਸੱਚੈ ਸਤਿਗੁਰ ਸੇਵਿਐ, ਸਦਾ ਸੱਚ ਵਾਪਾਰ। ਮਹੱਲਾ ਤੀਜਾ। ਹੋਰ ਬਿਰਹਾ ਸਭ ਧਾਤ ਹੈ, ਜਬ ਲਗ ਸਾਹਿਬ ਪ੍ਰੀਤ ਨਾ ਹੋਏ। ਇਹੋ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ। ਸੁਣਨ, ਹਾਂਜੀ, ਵੇਖਣ ਸੁਣਨ ਨਾ ਹੋਏ। ਨੰਨਾ ਪਹਿਲਾ ਹੈ, ਨਾਣਾ ਬਾਅਦ ਵਿੱਚ ਹੈ, ਖਿਆਲ ਰੱਖਿਓ ਜੀ। ਇਹੋ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ। ਸਹਿ ਦੇਖੇ ਬਿਨ ਪ੍ਰੀਤ ਨਾ ਊਪਜੈ, ਅੰਧਾ ਕਿਆ ਕਰੇ। ਨਾਨਕ ਜਿਨ ਅੱਖੀ ਲੀਤੀਆ, ਸੋਈ ਸੱਚਾ ਦੇ ਪੌੜੀ। ਹਰ ਇੱਕੋ ਕਰਤਾ ਇੱਕ, ਇੱਕੋ ਦੀਵਾਨ ਹਰ। ਹਰ ਇਕਸੈ ਦਾ ਹੈ ਅਮਰ, ਇੱਕੋ ਹਰ ਚਿਤ ਧਰ। ਹਰ ਤਿਸ ਬਿਨ ਕੋਈ ਨਾਹੇ, ਡਰ ਭ੍ਰਮ ਭਉ ਦੂਰ ਕਰ। ਹਰ ਤਿਸੈ ਨੋ ਸਾਲਾਹੇ, ਜੇ ਤੁਧ ਰਖੈ ਬਾਹਰ ਘਰ। ਹਰ ਜਿਸ ਨੋ ਹੋਏ ਦਇਆਲ, ਸੋ ਹਰ ਜਪ ਭਉ ਬਿਖਮ ਤਰ। ਸ਼ਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆ, ਕਿਆ ਚੱਲੈ ਤਿਸ ਨਾਲ। ਇਕ ਜਾ ਗੰਦੇ ਨਾਲ ਹਨ, ਇਕ ਨਾ ਸੁਤਿਆ ਦੇ ਉਠਾਲ। ਮਹੱਲਾ ਪਹਿਲਾ। ਸਿਦਕ ਸਬੂਰੀ ਸਾਧਿਕਾ, ਸਬਰ ਤੋਸਾ ਮਲਾਇਕਾ। ਦੀਦਾਰ ਪੂਰੇ ਪਾਇਸਾ, ਥਾਉ ਨਾਹੀ ਖਾਇਕਾ। ਪੌੜੀ। ਸਭ ਆਪੇ ਤੁਧ ਉਪਾਇ ਕੈ, ਆਪ ਕਰੈ ਲਾਈ। ਤੂੰ ਆਪੇ ਵੇਖ ਵਿਗਸਦਾ, ਆਪਣੀ ਵਡਿਆਈ। ਆਪੇ ਵੇਖ ਵਿਗਸਦਾ, ਪਾਠ ਠੀਕ ਕੀਤਾ ਹੈ ਸਿੰਘ ਸਾਹਿਬ ਜੀ ਨੇ। ਵਿਗਸਦਾ ਨਹੀਂ ਇੱਥੇ ਬੋਲਣਾ, ਵਿਗਸਦਾ ਹੀ ਪਾਠ ਕਰਨਾ ਹੈ ਜੀ।
ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ, ਹਰ ਤੁਧੋ ਬਾਹਰ ਕਿਛ ਨਾਹੀ, ਤੂੰ ਸੱਚਾ ਸਾਈਂ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ, ਹਰ ਤਿਸੈ ਧਿਆਵੋ ਸੰਤ ਜਨ ਹੋ, ਜੋ ਲਏ ਛਡਾਈ। ਸ਼ਲੋਕ ਮਹੱਲਾ ਪਹਿਲਾ। ਫਕੜ ਜਾਤੀ ਫਕੜ ਨਾਉ, ਸਭਨਾ ਜੀਆ ਇਕਾ ਛਾਉ। ਆਪਹੁ ਜੇ ਕੋ ਭਲਾ ਕਹਾਏ, ਨਾਨਕ ਤਾ ਪਰ ਜਾਪੈ, ਜਾ ਪਤ ਲੇਖੈ ਪਾਏ। ਮਹੱਲਾ ਦੂਜਾ। ਜਿਸ ਪਿਆਰੇ ਸਿਓ ਨੇਹੁ, ਤਿਸ ਆਗੈ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, ਤਾ ਕੈ ਪਾਛੈ ਜੀਵਣਾ। ਖਾਲਸਾ ਜੀ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦਾ ਅੰਮ੍ਰਿਤ ਰੂਪ ਬਾਣੀ ਵਿੱਚ ਇਹ ਸਭ ਤੋਂ ਪਹਿਲਾ ਸ਼ਲੋਕ ਹੈ ਔਰ ਆਪਣੀ ਅੰਮ੍ਰਿਤ ਰੂਪ ਬਾਣੀ ਦਾ ਸਭ ਤੋਂ ਪਹਿਲਾ ਸ਼ਲੋਕ ਉਚਾਰਨ ਵੀ ਇਹੀ ਕੀਤਾ ਹੈ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੇ। ਭਾਈ ਲਹਿਣਾ ਜੀ ਦੇ ਰੂਪ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੇਵਾ ਕੀਤੀ, ਸਿਮਰਨ ਬੰਦਗੀ ਵਿੱਚ ਲੀਨ ਹੋਏ, ਗੁਰੂ ਕੀ ਮਹਾਨ ਬਖਸ਼ਿਸ਼ ਪ੍ਰਾਪਤ ਹੋਈ, ਗੁਰੂ ਰੂਪ ਹੋਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਅਤਿਅੰਤ ਵੈਰਾਗ ਵਿੱਚ ਆ ਕੇ ਸਤਿਗੁਰਾਂ ਨੇ ਖਡੂਰ ਸਾਹਿਬ ਵਿਖੇ ਮਾਤਾ ਭਰਾਈ ਜੀ ਦੇ ਘਰ ਵਿੱਚ ਆਪਣੇ ਆਪ ਨੂੰ ਗੁਪਤ ਕਰ ਲਿਆ ਸੀ। ਸੰਗਤਾਂ ਦੀ ਬੇਨਤੀ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਲੱਭਿਆ, ਬਚਨ ਬੇਨਤੀ ਕੀਤੀ ਸੀ ਸੰਗਤਾਂ ਨੂੰ ਦਰਸ਼ਨ ਬਖਸ਼ੋ। ਉਸ ਵੇਲੇ ਵੈਰਾਗ ਵਿੱਚ ਮਹਾਰਾਜ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਸੀ। ਸੋ ਮਹਾਰਾਜ ਜੀ ਨੇ ਪਹਿਲਾ ਹੀ ਸ਼ਲੋਕ ਸਭ ਤੋਂ ਇਹ ਉਚਾਰਨ ਕੀਤਾ। ਦੂਸਰੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਪ ਜੀ ਦਾ ਇਹ ਪਹਿਲਾ ਸ਼ਲੋਕ ਆਇਆ ਹੈ। ਮਹਾਰਾਜ ਨੇ ਸ਼ਬਦਾਂ ਵਿੱਚ ਬਾਣੀ ਉਚਾਰਨ ਨਹੀਂ ਕੀਤੀ। ਦੂਸਰੇ ਪਾਤਸ਼ਾਹ ਜੀ ਨੇ ਕੇਵਲ ਵਾਰਾਂ ਦੇ ਵਿੱਚ ਹੀ ਸ਼ਲੋਕ ਆਉਂਦੇ ਨੇ। ਸੋ ਇਉਂ ਸ਼ਲੋਕ ਹੀ ਹਨ, ਸ਼ਬਦਾਂ ਵਿੱਚ ਬਾਣੀ ਮਹਾਰਾਜ ਨੇ ਹੋਰ ਨਹੀਂ ਉਚਾਰੀ। ਇਹ ਗੁਰੂ ਕੀ ਆਪਣੀ ਸੁਤੰਤਰ ਮੌਜ ਹੈ। ਸੋ ਇਉਂ ਸਤਿਗੁਰੂ ਮਹਾਰਾਜ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਲੋਕ ਇੱਥੋਂ ਇਹ ਆਰੰਭ ਹੋਇਆ ਹੈ ਜੀ। ਮਹੱਲਾ ਦੂਜਾ। ਜਿਸ ਪਿਆਰੇ ਸਿਓ ਨੇਹੁ, ਤਿਸ ਆਗੈ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, ਤਾ ਕੈ ਪਾਛੈ ਜੀਵਣਾ। ਪੌੜੀ। ਤੁਧ ਆਪੇ ਧਰਤੀ ਸਾਜੀਐ, ਚੰਦ ਸੂਰਜ ਦੋਇ ਦੀਵੇ। 10 4 ਹਟ ਤੁਧ ਸਾਜਿਆ, ਵਾ ਪਾਰ ਕਰੀਵੇ। ਇਕ ਨਾਨੋ ਹਰ ਲਾਭ ਦੇ, ਜੋ ਗੁਰਮੁਖ ਥੀਵੇ। 3 ਜਮ ਕਾਲ ਨਾ ਵਿਆਪਈ, ਜਿਨ ਸਚ ਅੰਮ੍ਰਿਤ ਪੀਵੇ। ਓਏ ਆਪ ਛੁਟੇ ਪਰਵਾਰ ਸਿਓ, ਤਿਨ ਪਿਛੈ ਸਭ ਜਗਤ ਛੁਟੀਵੇ।